ही प्यारे बच्चों, ਵੈਲਕਮ ਲਾਈਫ ਦੇ ਅੱਜ ਦੇ ਸੈਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਿਦਿਅਕ ਵਰ੍ਹੇ ਤੋਂ ਸਾਡੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਡੇ ਸਕੂਲੀ ਸਿਲੇਬਸ ਦੇ ਵਿੱਚ ਸਾਰੀਆਂ ਜਮਾਤਾਂ ਵਾਸਤੇ ਵੈਲਕਮ ਲਾਈਫ ਜਾਂ ਸਵਾਗਤ ਜ਼ਿੰਦਗੀ ਨਾਮ ਦਾ ਵਿਸ਼ਾ ਸ਼ੁਰੂ ਕੀਤਾ ਹੈ ਤੇ ਤੁਸੀਂ ਹਰ ਰੋਜ਼ ਉਸ ਨਾਲ ਸੰਬੰਧਿਤ ਦੂਰਦਰਸ਼ਨ ਤੇ ਜਿਹੜੇ ਪਾਠਕ੍ਰਮ ਹੈ ਉਹ ਵੀ ਦੇਖ ਰਹੇ ਹੋ। ਪੁਸਤਕਾਂ ਤੁਹਾਡੇ ਕੋਲ ਪਹੁੰਚ ਚੁੱਕੀਆਂ ਹੈ। ਤੁਸੀਂ ਦੇਖੋਗੇ ਬੜੇ ਦਿਲਚਸਪ ਤਰੀਕੇ ਦੇ ਨਾਲ ਬੜੀਆਂ ਐਕਟੀਵਿਟੀਜ਼ ਸ਼ਾਮਿਲ ਕਰਕੇ ਇਹ ਪੁਸਤਕਾਂ ਤਿਆਰ ਕੀਤੀਆਂ ਗਈਆਂ। ਤਾਂ ਨੈਤਿਕ ਕਦਰਾਂ ਕੀਮਤਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਇਨਸਾਨ ਦੀ ਸ਼ਖਸੀਅਤ ਹੀ ਨਹੀਂ ਬਲਕਿ ਉਸ ਦਾ ਦੂਜਿਆਂ ਦੇ ਨਾਲ ਤਾਲਮੇਲ ਵੀ ਜਿਹੜਾ ਹੈ ਉਹ ਵੀ ਸ਼ਾਮਿਲ ਹੁੰਦਾ ਹੈ। ਦੂਜੇ ਵਿਅਕਤੀਆਂ ਦੇ ਨਾਲ ਵਿਚਰਦੇ ਹੋਏ ਆਪਣੇ ਦੇਸ਼, ਕੌਮ, ਸਮਾਜ ਵਿੱਚ ਉਹ ਕਿਵੇਂ ਵਿਚਰਦਾ ਹੈ, ਉਹ ਆਪਣੇ ਦੇਸ਼ ਪ੍ਰਤੀ, ਆਪਣੇ ਦੇਸ਼ ਦੇ ਕਾਨੂੰਨ ਪ੍ਰਤੀ, ਸੰਵਿਧਾਨ ਪ੍ਰਤੀ ਜਾਂ ਆਪਣੇ ਰਾਸ਼ਟਰੀ ਚਿੰਨ੍ਹਾਂ ਦੇ ਪ੍ਰਤੀ ਕਿਵੇਂ ਆਪਣਾ ਆਦਰ ਸਤਿਕਾਰ ਦਿਖਾਉਂਦਾ ਹੈ। ਇਹ ਸਾਰੀਆਂ ਚੀਜ਼ਾਂ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਹੀ ਆ ਜਾਂਦੀਆਂ। ਆਪਾਂ ਨੂੰ ਪਤਾ ਹੈ ਕਿ ਸਾਡਾ ਭਾਰਤ ਦੇਸ਼ ਬਹੁਤ ਮਹਾਨ ਦੇਸ਼ ਹੈ, ਬਹੁਤ ਵਿਸ਼ਾਲ ਹੈ। ਭਾਵੇਂ ਆਪਾਂ ਖੇਤਰਫਲ ਦੀ ਗੱਲ ਕਰੀਏ, ਭਾਵੇਂ ਆਪਾਂ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਗੱਲ ਕਰੀਏ, ਤਾਂ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਬਹੁਤ ਹੀ ਭਿੰਨਤਾਵਾਂ ਨੇ। ਆਪਣਾ ਸਾਰਾ ਦੇਸ਼ ਇੰਨੀਆਂ ਸਟੇਟਸ ਦੇ ਵਿੱਚ ਵੰਡਿਆ ਹੋਇਆ ਹੈ। ਆਪਣਾ ਦੇਸ਼ ਅਲੱਗ-ਅਲੱਗ ਰਾਜਾਂ 'ਚ ਵੰਡਿਆ ਹੋਇਆ ਹੈ। ਹਰੇਕ ਰਾਜ ਦੇ ਵਿੱਚ ਆਪਣਾ ਤਰੀਕੇ ਦਾ ਰਹਿਣ ਸਹਿਣ, ਉੱਥੋਂ ਦੀ ਵੇਸ਼ਭੂਸ਼ਾ, ਉੱਥੋਂ ਦਾ ਖਾਣ ਪੀਣ ਵਿੱਚ ਬਹੁਤ ਭਿੰਨਤਾਵਾਂ ਨੇ। ਭਾਵੇਂ ਉੱਥੋਂ ਦੇ ਲੋਕ ਨਾਚ ਦੀ ਗੱਲ ਕਰੀਏ, ਭਾਵੇਂ ਉੱਥੋਂ ਦੇ ਲੋਕਾਂ ਦੇ ਪਹਿਰਾਵੇ ਦੀ ਗੱਲ ਕਰੀਏ, ਇੱਕ ਸਟੇਟ ਦੂਜੇ ਦੇ ਨਾਲੋਂ ਕਾਫੀ ਤਰੀਕਿਆਂ ਦੇ ਨਾਲ ਅਲੱਗ ਹੈ। ਲੇਕਿਨ ਤਾਂ ਜਿਹੜੀ ਚੀਜ਼ ਇੰਨੀਆਂ ਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਸਾਰਿਆਂ ਨੂੰ ਕੜੀ ਦਰ ਕੜੀ ਜੋੜਦੀ ਹੈ, ਇੱਕ ਮਾਲਾ ਵਾਂਗ ਅਲੱਗ-ਅਲੱਗ ਫੁੱਲਾਂ ਨੂੰ ਪਰੋਂਦੀ ਹੈ, ਉਹ ਹੈ ਸਾਡਾ ਸੰਵਿਧਾਨ ਤੇ ਸਾਡੇ ਰਾਸ਼ਟਰੀ ਚਿੰਨ੍ਹ। ਆਪਾਂ ਸਭ ਨੂੰ ਪਤਾ ਹੈ ਕਿ ਸਾਡਾ ਦੇਸ਼ ਕਈ ਸਾਲ ਤੱਕ ਗੁਲਾਮੀ ਦੀਆਂ ਜੰਜੀਰਾਂ 'ਚ ਜਕੜਿਆ ਆ। ਅਸੀਂ ਆਜ਼ਾਦੀ ਹਾਸਲ ਕਰਨ ਦੇ ਲਈ ਬਹੁਤ ਸੰਘਰਸ਼ ਕੀਤਾ। ਸਾਡੇ ਦੇਸ਼ ਵਿੱਚ ਬਹੁਤ ਮਹਾਨ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ। ਜੋ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ, ਇਹ ਸਾਰੀ ਉਹਨਾਂ ਦੀ ਦੇਣ ਹੈ। ਤੇ ਜੇਕਰ ਅਸੀਂ ਇਹ ਆਜ਼ਾਦੀ ਮੇਨਟੇਨ ਰੱਖਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਇਹਦੇ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕੋਈ ਚੀਜ਼ ਹਾਸਿਲ ਕਰਨਾ ਉਹਨਾਂ ਮਾਇਨੇ ਨਹੀਂ ਰੱਖਦਾ ਜਿੰਨੇ ਉਸ ਚੀਜ਼ ਨੂੰ ਸੰਜੋ ਕੇ ਸੰਭਾਲ ਕੇ ਰੱਖਣਾ ਹੈ। ਤਾਂ ਇੱਥੇ ਕੁਛ ਨਹੀਂ ਆ ਜਾਂਦਾ ਹੈ ਕਿ ਆਪਾਂ ਆਪਣੇ ਸੰਵਿਧਾਨ ਜਾਂ ਰਾਸ਼ਟਰੀ ਚਿੰਨ੍ਹਾਂ ਨੂੰ ਕਿਵੇਂ ਸਤਿਕਾਰ ਦੇਣਾ ਹੈ ਜਾਂ ਕਿਵੇਂ ਸਤਿਕਾਰ ਕਰਦੇ ਹਾਂ। ਆਪਾਂ ਸਭ ਨੂੰ ਪਤਾ ਹੈ ਕਿ ਸਾਡਾ ਸੰਵਿਧਾਨ ਸਾਡੇ ਵਾਸਤੇ ਬਣਿਆ ਹੋਇਆ ਹੈ, ਸਾਰੇ ਦੇਸ਼ ਵਾਸੀਆਂ ਵਾਸਤੇ ਬਣਿਆ ਹੋਇਆ ਹੈ। ਜੇ ਉਹਦੇ ਵਿੱਚ ਕੋਈ ਨਿਯਮ ਨੇ, ਜੇਕਰ ਅਸੀਂ ਸਾਰੇ ਉਹਨਾਂ ਨੂੰ ਪਾਲਣ ਕਰੀਏ ਤਾਂ ਸਿਰਫ ਤਾਂ ਹੀ ਅਸੀਂ ਜ਼ਿੰਮੇਵਾਰ ਨਾਗਰਿਕ ਕਹਾ ਸਕਦੇ ਹਾਂ। ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਦੇਸ਼ ਦੇ ਵਿੱਚ ਆਪਾਂ ਨੂੰ ਕੁਝ ਮੌਲਿਕ ਅਧਿਕਾਰ ਮਿਲੇ ਹੋਏ ਹੈ। ਤਾਂ ਜੇਕਰ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਹੋਏ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਨਾਲ ਨਾਲ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਦੇ ਵਿੱਚ ਸ਼ਾਮਿਲ
ਮੌਲਿਕ ਕਰਤੱਵ ਵੀ ਧਿਆਨ ਵਿੱਚ ਰੱਖੀਏ। ਆਪਾਂ ਲੋਕ ਆਪਣੇ ਦੇਸ਼ ਦੇ ਪ੍ਰਤੀ ਜਾਂ ਆਪਣੇ ਪਰਿਵਾਰ ਦੇ ਪ੍ਰਤੀ ਮੰਗਾਂ ਤਾਂ ਮੰਨਦੇ ਹਾਂ, ਹਰ ਵਾਰੀ ਡਿਮਾਂਡ ਕਰਦੇ ਹਾਂ ਕਿ ਇਹ ਸਾਡਾ ਹੱਕ ਹੈ, ਸਾਨੂੰ ਮਿਲਣਾ ਚਾਹੀਦਾ। ਲੇਕਿਨ ਜਦੋਂ ਗੱਲ ਡਿਊਟੀ ਦੀ ਆ ਜਾਂਦੀ ਹੈ, ਉਦੋਂ ਆਪਾਂ ਲੋਕ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਕਿ ਮੇਰਾ ਤਾਂ ਇਹ ਹੈ ਨਹੀਂ, ਉਹ ਹੈ ਨਹੀਂ। ਜਿਵੇਂ ਹੁਣ ਮੰਨ ਲਓ, ਛੋਟੀ ਜਿਹੀ ਐਗਜ਼ਾਮਪਲ ਹੈ, ਆਪਾਂ ਨੂੰ ਆਜ਼ਾਦੀ ਹੈ ਕਿ ਆਪਾਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਹਾਂ, ਨੋਬਡੀ ਵਿਲ ਸਟਾਪ ਅਸ, ਹੈ ਨਾ। ਵੀ ਤੁਹਾਨੂੰ ਮੰਨ ਲਓ ਤੁਹਾਡੇ ਘਰ ਕੋਈ ਫੰਕਸ਼ਨ ਹੈ, ਤੁਸੀਂ ਮਿਊਜ਼ਿਕ ਸੁਣਨਾ ਚਾਹੁੰਦੇ ਹੋ, ਤੁਸੀਂ ਜਿੰਨੀ ਮਰਜ਼ੀ ਵੋਲਿਊਮ 'ਚ ਸੁਣ ਸਕਦੇ ਹੋ, ਨੋਬਡੀ ਵਿਲ ਸਟਾਪ ਯੂ, ਕਿਉਂਕਿ ਇਹ ਤੁਹਾਡਾ ਰਾਈਟ ਹੈ, ਫੰਡਾਮੈਂਟਲ ਰਾਈਟ ਹੈ ਨਾ। ਤੁਸੀਂ ਆਜ਼ਾਦ ਹੋ, ਰਾਈਟ ਟੂ ਫਰੀडम ਹੈ ਨਾ। ਲੇਕਿਨ ਇਹਦੇ ਨਾਲ ਨਾਲ ਕਈ ਵਾਰੀ ਤੁਸੀਂ ਭੁੱਲ ਜਾਂਦੇ ਹੋ ਕਿ ਇਸ ਮਿਊਜ਼ਿਕ ਦੇ ਨਾਲ ਸਾਡੇ ਆਂਢ ਗੁਆਂਢ ਦੇ ਵਿੱਚ ਕੋਈ ਡਿਸਟਰਬ ਤਾਂ ਨਹੀਂ ਹੋ ਰਿਹਾ। ਤੁਸੀਂ ਆਪਣੀ ਖੁਸ਼ੀ ਦੇ ਲਈ ਫੁੱਲ ਇੰਜੋਇਮੈਂਟ ਕਰਨਾ ਚਾਹੁੰਦੇ ਹੋ, ਉੱਚੀ ਵੋਲਿਊਮ 'ਚ ਲਗਾਤਾ ਮਿਊਜ਼ਿਕ ਜੀ। ਲੇਕਿਨ ਹੋ ਸਕਦਾ ਹੈ ਤੁਹਾਡੇ ਘਰ ਦੇ ਗੁਆਂਢ, ਬਿਲਕੁਲ ਗੁਆਂਢ 'ਚ ਕੋਈ ਬੰਦਾ ਬਿਮਾਰ ਹੋਵੇ, ਉਹਨੂੰ ਡਾਕਟਰ ਨੇ ਰੈਸਟ ਕਰਨੀ ਦੱਸੀ ਹੋਵੇ, ਲੇਕਿਨ ਨਹੀਂ, ਆਪਾਂ ਲੋਕ ਕਈ ਵਾਰੀ ਪਰਵਾਹ ਹੀ ਨਹੀਂ ਕਰਦੇ। ਜੇ ਮੰਨ ਲਓ ਸਾਨੂੰ ਕੋਈ ਆ ਕੇ ਕਹਿ ਵੀ ਦਿੰਦਾ ਹੈ ਕਿ ਤੁਸੀਂ ਹੌਲੀ ਕਰ ਲਓ, ਤਾਂ ਕਈ ਲੜਨ ਲੱਗ ਜਾਂਦੇ ਆ ਕਿ ਨਹੀਂ ਜੀ, ਕਿ ਤੂੰ ਕੌਣ ਆ ਮੈਨੂੰ ਕਹਿਣ ਵਾਲਾ, ਹੈ ਨਾ। ਇਸੇ ਤਰ੍ਹਾਂ ਹੀ ਆਪਾਂ ਲੋਕ ਡਿਮਾਂਡ ਕਰਦੇ ਹਾਂ ਕਿ ਸਾਨੂੰ ਤਾਂ ਜੀ ਅੱਛੀਆਂ ਸੜਕਾਂ ਚਾਹੀਦੀਆਂ, ਅੱਛੀਆਂ ਹੋਰ ਸਾਰਾ ਕੁਝ, ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਲੇਕਿਨ ਜਿੱਦੋਂ ਗੱਲ ਉਹਨਾਂ ਨੂੰ ਮੇਨਟੇਨ ਕਰਨ ਦੀ ਹੈ, ਉਹਨਾਂ 'ਤੇ ਗੰਦ ਨਾ ਪਾਉਂਦੀ ਹੈ, ਉੱਥੇ ਆਪਾਂ ਲੋਕ ਇਗਨੋਰ ਕਰ ਦਿੰਦੇ ਹਾਂ। ਵੀ ਫੋਰਗੇਟ ਟੂ ਫੁਲਫਿਲ ਆਵਰ ਡਿਊਟੀਜ਼। ਹਾਂ, ਇਹ ਜਿਹੜੀ ਕਿਤਾਬ ਤੁਹਾਡੇ ਹੱਥ 'ਚ ਹੈ, ਚਲੋ ਜੇ ਬਾਈ ਚਾਂਸ ਨਹੀਂ ਕਿਤੇ ਪਹੁੰਚੀ ਹੋਈ ਹਜੇ, ਤਾਂ ਇਹਦੇ ਵਿੱਚ ਨਾ ਕਈ ਐਕਟੀਵਿਟੀਜ਼ ਤੁਹਾਡੇ ਲੈਸਨ 'ਚ ਸ਼ਾਮਿਲ ਕੀਤੀਆਂ ਗਈਆਂ ਸੀ। ਹੁਣ ਕਿਉਂਕਿ ਲੋਕਡਾਊਨ ਦਾ ਟਾਈਮ ਚੱਲ ਰਿਹਾ ਹੈ, ਆਪਾਂ ਲੋਕ ਸਕੂਲ ਵਿੱਚ ਆ ਕੇ ਪ੍ਰੋਪਰ ਇਹ ਚੀਜ਼ਾਂ ਨਹੀਂ ਕਰਵਾ ਪਾ ਰਹੇ, ਪਰ ਫਿਰ ਵੀ ਸਾਡੀ ਮੈਕਸਿਮਮ ਕੋਸ਼ਿਸ਼ ਹੈ ਕਿ ਤੁਹਾਨੂੰ ਜਿਹੜੇ ਲੈਸਨਸ ਨੇ ਉਹਨਾਂ ਦੇ ਬੇਸ 'ਚ ਜੋ ਕੁਝ ਵੀ ਹੈ ਉਹ ਇੱਕ ਵਾਰੀ ਕਲੀਅਰ ਹੋ ਜੇ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਹੈ ਨਾ। ਤਾਂ ਇਹਦੇ ਵਿੱਚ ਇੱਕ ਐਕਟੀਵਿਟੀ ਦਿੱਤੀ ਹੋਈ ਹੈ, ਜਿਹਦੇ ਵਿੱਚ ਵੈਸੇ ਕੀ ਕਰਨਾ ਸੀ ਆਪਾਂ, ਜੇ ਕਲਾਸਿਸ ਲੱਗ ਰਹੀਆਂ ਹੁੰਦੀਆਂ ਫਿਰ ਕੀ ਕਰਨਾ ਸੀ, ਆਪਾਂ ਬੱਚਿਆਂ ਦੀਆਂ ਦੋ ਬੱਚਿਆਂ ਦੀਆਂ ਟੀਮਾਂ ਬਣਾ ਦੇਣੀਆਂ ਸੀ। ਸਭ ਤੋਂ ਪਹਿਲਾਂ ਸਾਰੀ ਕਲਾਸ ਨੂੰ 2 ਭਾਗਾਂ 'ਚ ਵੰਡ ਦੇਣਾ ਸੀ। ਉਸ ਤੋਂ ਬਾਅਦ ਦੋਨਾਂ ਗਰੁੱਪ 'ਚੋਂ ਇੱਕ ਬੱਚਾ ਜਿਹੜਾ ਹੈ ਉਹ ਬੁਲਾ ਲਿਆ ਜਾਣਾ ਸੀ। ਇੱਕ ਬੱਚਾ ਅਧਿਕਾਰ ਸ਼ੋ ਕਰਦਾ ਸੀ, ਆਪਣੇ ਆਪ ਨੂੰ ਕਰੇਗਾ, ਦੂਜਾ ਕਰਤੱਵ ਸ਼ੋ ਕਰੇਗਾ ਆਪਣੇ ਆਪ ਨੂੰ। ਇੱਕ ਅਧਿਕਾਰ ਆਪਣਾ ਹੱਕ, ਦੂਜਾ ਕਰਤੱਵ ਯਾਨੀ ਡਿਊਟੀ, ਰਾਈਟਸ ਐਂਡ ਡਿਊਟੀਜ਼। ਸੋ ਉਸ ਤੋਂ ਬਾਅਦ ਕੀ ਕਰਨਾ ਸੀਗਾ ਕਿ ਉਹਨਾਂ ਨੂੰ ਬੋਲਸ ਪਕੜਾ ਦੇਣੇ ਸੀ। ਅਸੀਂ ਉਹਨਾਂ ਨੂੰ ਕਹਿ ਦੇਣਾ ਸੀਗਾ, ਜਿਵੇਂ ਆ ਤੁਹਾਨੂੰ ਹੁਣ ਤਸਵੀਰ ਦਿਖਾਈ ਜਾ ਰਹੀ ਹੈ, ਤਸਵੀਰ ਦੇ ਵਿੱਚ ਕੀ ਦਿਖਾਇਆ ਹੈ ਕਿ ਜਿਹੜੀ ਬੋਲ ਹੈ, 2 ਬੱਚਿਆਂ ਨੇ ਬੋਲ ਪਕੜੀ ਤਾਂ ਹੋਈ ਹੈ, ਪਰ ਉਹ ਕੂਨੀ ਦੇ ਨਾਲ ਪਕੜੀ ਹੋਈ ਹੈ। ਤੇ ਉਸ ਤੋਂ ਬਾਅਦ ਇੱਕ ਟੀਚਾ ਮਿੱਥ ਕੇ ਕਿ ਉਸ ਜਗ੍ਹਾ ਤੱਕ ਤੁਸੀਂ ਜਾਣਾ ਹੈ, ਤੇ ਉੱਥੇ ਜਾ ਕੇ ਫਿਰ ਤੁਸੀਂ ਦੇਖਣਾ ਆਪਾਂ ਵੀ ਕਿਹੜਾ ਜਿਹੜਾ ਪੇਅਰ ਹੈ, ਜਿਹੜੇ ਇਕੱਠੇ 2 ਬੱਚੇ ਗਏ ਆ, ਉਹ ਸਕਸੈਸਫੁਲੀ ਬੋਲ ਉੱਥੋਂ ਤੱਕ ਲੈ ਕੇ ਪਹੁੰਚ ਗਏ ਨੇ, ਤੇ ਕਿੰਨਾ ਦਾ ਬੋਲ ਜਿਹੜਾ ਹੈ ਉਹ ਰਸਤੇ 'ਚ ਹੀ ਡ੍ਰੌਪ ਹੋ ਗਿਆ। ਹੁਣ ਇਹਦੇ 'ਚ ਦੇਖਣ 'ਚ ਬੜੀ ਸਿੰਪਲ ਜੀ ਗੱਲ ਲੱਗਦੀ ਵੀ ਹੈ, ਬਟ ਵੈਨ ਯੂ ਪਰਫਾਰਮ ਦਿਸ ਐਕਟੀਵਿਟੀ ਤਾਂ ਇਟ ਵੁਡ ਬੀ ਵੈਰੀ ਇੰਟਰਸਟਿੰਗ, ਯੂ ਵਿਲ ਫਾਈਂਡ ਇਟ। ਤੁਸੀਂ ਦੇਖੋਗੇ ਕਿ ਇਹ ਬਹੁਤ ਇੰਟਰਸਟਿੰਗ ਗੇਮ ਬਣੇਗੀ। ਲੇਕਿਨ ਅੱਜ ਕੱਲ੍ਹ ਲੋਕਡਾਊਨ ਦੇ ਟਾਈਮ ਹੈ, ਵੀ ਕਾਂਟ ਪਰਫਾਰਮ ਸੱਚ ਐਕਟੀਵਿਟੀਜ਼। ਆਪਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਇਹ ਧਿਆਨ ਉਹ ਰੱਖਣਾ ਪੈਣਾ ਹੈ। ਸੋ ਹੁਣ ਆਪਾਂ ਇਹ ਦੇਖਾਂਗੇ ਕਿ ਜਦੋਂ ਜਿਵੇਂ ਆ ਪਿਕਚਰ ਵਿੱਚ ਦਿਖਾਇਆ ਗਿਆ, ਇਸ ਪਿਕਚਰ 'ਚ ਇਹ ਸਕੇਅਰ ਬਣੇ ਹੋਏ ਆ,
ਦੇ ਵਿੱਚ ਇੱਕ 'ਚ ਆੜਾ ਲਿਖਿਆ ਹੈ, ਇੱਕ 'ਚ ਕੱਕਾ ਲਿਖਿਆ ਹੈ। ਆੜਾ ਮਤਲਬ ਅਧਿਕਾਰ, ਰਾਈਟ, ਕਰਤਵ ਕੱਕਾ ਯਾਨੀ ਡਿਊਟੀ। ਸੋ ਅ ਤੇ ਕ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਗੱਲ ਜਿਹੜੀ ਇਸ ਐਕਟੀਵਿਟੀ ਦੇ ਵਿੱਚ ਕੀਤੀ ਹੋਈ ਹੈ। ਜਿੱਥੇ ਅਧਿਕਾਰ ਤੇ ਕਰਤਵ ਆਪਸ ਦੇ ਵਿੱਚ ਕੋਆਰਡੀਨੇਸ਼ਨ ਨਾਲ ਚੱਲ ਰਹੇ ਹੈ, ਉੱਥੇ ਜਿਹੜਾ ਉਹ ਵਾਲਾ ਪੇਅਰ ਹੈ ਬੱਚਿਆਂ ਦਾ, ਉਹ ਸਕਸੈਸਫੁਲੀ ਬॉल ਜਿਹੜਾ ਹੈ ਉਹ ਮਿੱਥੇ ਟੀਚੇ ਤੇ ਪਹੁੰਚਾ ਦੂਗਾ। ਲੇਕਿਨ ਜਿੱਥੇ ਇਹ ਵਾਲਾ ਤਾਲਮੇਲ ਜਾਂ ਇਹ ਵਾਲੀ ਕੋਆਰਡੀਨੇਸ਼ਨ ਵਿਗੜ ਜਾਂਦੀ ਹੈ, ਉੱਥੇ ਜਿਹੜਾ ਬॉल ਹੈ ਉਹ ਡ੍ਰੌਪ ਹੋ ਜਾਏਗਾ। ਸੋ ਇੱਥੋਂ ਇਸ ਐਕਟੀਵਿਟੀ ਤੋਂ ਇਹ ਸ਼ੋ ਹੁੰਦਾ ਹੈ ਕਿ ਅਧਿਕਾਰ ਤੇ ਕਰਤਵ ਦੋਨੋਂ ਜਿਹੜੇ ਹੈ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੈ। ਜੇਕਰ ਇਹਨਾਂ ਦੇ ਵਿੱਚ ਤਾਲਮੇਲ ਹੈ, ਸਿਰਫ ਤਾਂ ਹੀ ਆਪਣਾ ਦੇਸ਼ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਵਧੀਆ ਖੁਸ਼ਹਾਲ ਤਰ੍ਹਾਂ ਨਾਲ ਚੱਲੇਗਾ। ਲੇਕਿਨ ਜਿੱਥੇ ਅਧਿਕਾਰਾਂ ਤੇ ਕਰਤਵਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਹੋ ਗਈ, ਉੱਥੇ ਦੇਸ਼ ਦੀ ਖੁਸ਼ਹਾਲੀ ਤੇ ਵੀ ਕੁਐਸਚਨ ਮਾਰਕ ਜਿਹੜਾ ਹੈ ਉਹ ਲੱਗ ਜਾਂਦਾ ਹੈ। ਤਾਂ ਇਹ ਸਭ ਸੀਗਾ ਅਧਿਕਾਰ ਤੇ ਕਰਤਵਾਂ ਦੀ ਗੱਲ। ਤਾਂ ਅਸੀਂ ਹੁਣ ਤੱਕ ਦੇਖਿਆ ਕਿ ਜਿੰਨੀ ਦੇਰ ਤੱਕ ਅਧਿਕਾਰ ਤੇ ਕਰਤਵ ਸਾਈਡ ਬਾਏ ਸਾਈਡ ਨਹੀਂ ਚੱਲਦੇ, ਹੈਂਡ ਇਨ ਹੈਂਡ ਨਹੀਂ ਚੱਲਦੇ, ਉਦੋਂ ਤੱਕ ਕਿਸੇ ਵੀ ਦੇਸ਼ ਦੀ ਤਰੱਕੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਇਹਦੇ ਨਾਲ ਨਾਲ ਸਾਡੀ ਦੇਸ਼ ਦੀ ਸ਼ਾਨ, ਸਾਡੇ ਦੇਸ਼ ਦਾ ਮਾਣ, ਸਾਡੇ ਰਾਸ਼ਟਰੀ ਚਿੰਨ੍ਹ ਜਿਹੜੇ ਨੇ ਉਹ ਵੀ ਸਾਡੇ ਲਈ ਬਹੁਤ ਜ਼ਿਆਦਾ ਸਤਿਕਾਰਿਤ ਨੇ। ਸਾਡਾ ਦੇਸ਼, ਜਿਵੇਂ ਮੈਂ ਪਹਿਲਾਂ ਦੱਸਿਆ, ਵੱਖਰੇਵਿਆਂ ਦਾ ਇੱਕ ਦੇਸ਼ ਹੈ। ਸਾਰੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਲੱਗ-ਅਲੱਗ ਤਰ੍ਹਾਂ ਦੇ ਲੋਕ, ਅਲੱਗ-ਅਲੱਗ ਤਰ੍ਹਾਂ ਦੇ ਕਲਚਰ ਦੇ ਲੋਕ ਇਕੱਠੇ ਰਹਿੰਦੇ ਆ, ਲੇਕਿਨ ਉਹਨਾਂ ਨੂੰ ਜੋੜਨ ਵਾਲਾ ਆਪਣਾ ਸੰਵਿਧਾਨ ਤੇ ਸਾਡੇ ਰਾਸ਼ਟਰੀ ਚਿੰਨ੍ਹ ਨੇ। ਹੁਣ ਰਾਸ਼ਟਰੀ ਚਿੰਨ੍ਹ ਜਿਹੜੇ ਨੇ ਉਹ ਕਿਹੜੇ ਆ? ਤੁਹਾਨੂੰ ਸਭ ਨੂੰ ਪਤਾ ਹੈ। ਤੁਸੀਂ ਆਪਣੀ ਸਮਾਜਿਕ ਸਿੱਖਿਆ ਦੀਆਂ ਕਿਤਾਬਾਂ ਵਿੱਚ, ਆਪਣੇ ਨਾਗਰਿਕ ਸ਼ਾਸਤਰ ਦੇ ਪਾਠਾਂ ਵਿੱਚ ਉਹ ਸਾਰਾ ਕੁਝ ਪੜ੍ਹਿਆ ਹੋਇਆ ਹੈ। ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਸਾਡੇ ਰਾਸ਼ਟਰੀ ਚਿੰਨ੍ਹ ਕਿਹੜੇ ਕਿਹੜੇ ਹੈ। ਜੇ ਕਲਾਸ ਦੇ ਵਿੱਚ ਆਪਣਾ ਲੈਕਚਰ ਚੱਲ ਰਿਹਾ ਹੁੰਦਾ ਤਾਂ ਫਿਰ ਐਕਟੀਵਿਟੀ ਸੀਗੀ ਕਿ ਤੁਸੀਂ ਜਿਹੜੀਆਂ ਪਿਕਚਰਸ ਨੇ ਉਹ ਕਲੈਕਟ ਕਰਕੇ ਲਿਆਉਣੀਆਂ, ਪੇਸਟ ਕਰਨੀਆਂ ਸਕ੍ਰੈਪ ਬੁੱਕ 'ਤੇ, ਔਰ ਉਹਨਾਂ ਦੀ ਡਿਸਕ੍ਰਿਪਸ਼ਨ ਲਿਖਣੀ ਹੈ ਹਰ ਰਾਸ਼ਟਰੀ ਚਿੰਨ੍ਹ ਦੀ, ਵੀ ਉਹਦੀ ਆਪਣੇ ਲਈ ਕੀ ਮਹੱਤਤਾ ਹੈ ਅਤੇ ਅਸੀਂ ਉਹਦੇ ਸਤਿਕਾਰ ਵਜੋਂ ਕੀ ਕਰ ਸਕਦੇ ਹਾਂ। ਲੇਕਿਨ ਹੁਣ ਕਿਉਂਕਿ ਆਪਣਾ ਆਨਲਾਈਨ ਮੋਡ ਹੈ ਟੀਚਿੰਗ ਦਾ, ਸੋ ਇੱਥੇ ਮੈਂ ਇਹ ਦੱਸਣਾ ਚਾਹੂੰਗੀ, ਕਿਉਂਕਿ ਤੁਸੀਂ ਇਨ ਟੱਚ ਨਹੀਂ ਹੋ, ਤਾਂ ਆਪਣੇ ਦੇਸ਼ ਦੇ ਵਿੱਚ ਜਿਹੜੇ ਰਾਸ਼ਟਰੀ ਚਿੰਨ੍ਹ ਨੇ ਉਹ ਅਲੱਗ-ਅਲੱਗ ਨੇ। ਪਹਿਲਾਂ ਇਹ ਜਿਵੇਂ ਰਾਸ਼ਟਰੀ ਝੰਡਾ। ਹੁਣ ਆਪਾਂ ਸਭ ਨੂੰ ਪਤਾ ਹੈ ਕਿ ਰਾਸ਼ਟਰੀ ਝੰਡਾ ਜਿਹੜਾ ਇਹ ਤਿਰੰਗਾ ਕਹਿੰਦੇ ਆਪਾਂ ਇਹਨੂੰ, 3 ਰੰਗਾਂ ਦਾ ਹੈ, ਕੇਸਰੀ, ਵਾਈਟ ਔਰ ਹਰਾ। ਇਹਨਾਂ 3 ਰੰਗਾਂ ਦਾ ਹੀ ਮਹੱਤਵ ਜਿਹੜਾ ਹੈ ਉਹ ਅਲੱਗ-ਅਲੱਗ ਹੈ। ਜੇ ਕੇਸਰੀ ਰੰਗ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ, ਤਾਂ ਹਰਾ ਰੰਗ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ। ਜੇਕਰ ਸਫੇਦ ਰੰਗ ਦੇਸ਼ ਦੇ ਵਿੱਚ ਪਸਰੇ ਅਮਨ ਸ਼ਾਂਤੀ ਦਾ ਪ੍ਰਤੀਕ ਹੈ, ਉੱਥੇ ਨਾਲ ਨਾਲ ਉਸ ਸਫੇਦ ਪੱਟੀ ਦੇ ਵਿੱਚ ਮੌਜੂਦ ਜਿਹੜਾ ਅਸ਼ੋਕਾ ਚੱਕਰ ਹੈ, ਜਿਹਦੇ ਵਿੱਚ 24 ਡੰਡੇ ਹੁੰਦੇ ਹੈ, ਉਹ ਆਪਾਂ ਨੂੰ ਹਮੇਸ਼ਾ ਦਿਨ ਰਾਤ ਚਲਦੇ ਰਹਿਣ ਦੇ ਲਈ ਪ੍ਰੇਰਿਤ ਕਰਦਾ ਹੈ। ਸੋ ਰਾਸ਼ਟਰੀ ਝੰਡਾ ਸਾਡੀ ਬਹੁਤ ਹੀ ਮਾਨਮੱਤੀ ਰਾਸ਼ਟਰੀ ਪੂੰਜੀ ਹੈ। ਤਾਂ ਕਈ ਲੋਕ ਕੀ ਕਰਦੇ ਹੈ ਕਿ ਰਾਸ਼ਟਰੀ ਝੰਡੇ ਦਾ ਜਿਹੜਾ ਸਤਿਕਾਰ ਹੈ ਉਹ ਨਹੀਂ ਕਰਦੇ। ਹੁਣ ਕਦੀ ਕਿਸੇ ਨੇ ਦੇਖਿਆ ਕਿ ਆਪਣੇ ਜਿਹੜੇ ਰੋਜ਼ਾਨਾ ਜੀਵਨ ਦੇ ਵਿੱਚ ਕੋਈ ਡਰੈਸ ਹੈ ਜਾਂ ਕੁਛ ਹੈ ਝੰਡੇ ਵਰਗੀ ਉਹਦੇ ਵਿੱਚ ਹੋਵੇ, ਕਲਰਸ ਵਿੱਚ ਹੋਵੇ ਜਾਂ ਸੇਮ ਉਸ ਤਰ੍ਹਾਂ ਦਾ ਡਿਜ਼ਾਈਨਿੰਗ ਹੋਵੇ? ਨਹੀਂ, ਉਹਦੇ ਬਕਾਇਦਾ ਪੈਰਾਮੀਟਰਸ ਨੇ, ਉਹਨਾਂ ਨੂੰ ਫੋਲੋ ਕਰਨਾ ਹੁੰਦਾ ਹੈ। ਅਤੇ ਜਦੋਂ ਵੀ ਕੋਈ ਰਾਸ਼ਟਰੀ ਤਿਉਹਾਰ, ਜਿਵੇਂ ਆਜ਼ਾਦੀ ਦਿਵਸ ਮਨਾਉਣਾ ਹੈ, ਗਣਤੰਤਰਤਾ ਦਿਵਸ ਮਨਾਉਣਾ ਹੈ,
ਉਦੋਂ ਸਾਡਾ ਝੰਡਾ ਲਹਿਰਾਇਆ ਜਾਂਦਾ ਹੈ ਔਰ ਬੜੀ ਸ਼ਾਨ ਦੇ ਨਾਲ ਉਹਨੂੰ ਉਤਾਰਿਆ ਜਾਂਦਾ ਹੈ ਬਾਅਦ ਚੋਂ। ਤੁਸੀਂ ਜਦੋਂ ਕਿਸੇ ਨੇ ਤੁਹਾਡੇ ਚੋਂ ਕਈ ਬਾਰਡਰਸ ਤੇ ਵੀ ਗਏ ਹੋਣੇ ਹੈ, ਬਾਰਡਰਸ ਤੇ ਜਾ ਕੇ ਕਦੀ ਸੈਰੀਮਨੀ ਦੇਖੋ ਝੰਡਾ ਲਹਿਰਾਉਣ ਦੀ ਔਰ ਝੰਡਾ ਉਤਾਰਨ ਦੀ ਆਪਣੇ ਫੌਜੀਆਂ ਵੱਲੋਂ, ਤਾਂ ਤੁਸੀਂ ਦੇਖੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਜਿਹੜੇ ਝੰਡਾ ਰਾਸ਼ਟਰੀ ਝੰਡਾ ਹੈ ਉਹ ਸਾਡੇ ਲਈ ਕਿੰਨਾ ਵਧੀਆ ਸ਼ਾਨ ਦਾ ਪ੍ਰਤੀਕ ਹੈ। ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਂਦੇ ਹੋ ਜਾਂ ਤੁਸੀਂ ਦੇਖਦੇ ਹੋ, ਜੇ ਉੱਥੇ ਕੋਈ ਫੰਕਸ਼ਨ ਚੱਲ ਰਿਹਾ, ਜੇ ਕੋਈ ਇੰਡੀਅਨ ਕਿਸੇ ਵੱਡੀ ਸ਼ਖਸੀਅਤ ਨੇ ਆਉਣਾ ਹੋਵੇ ਤਾਂ ਉੱਥੋਂ ਦੇ ਫੰਕਸ਼ਨ 'ਚ ਵੀ ਭਾਰਤ ਦਾ ਜਿਹੜਾ ਝੰਡਾ ਨਾਲ ਸ਼ਾਮਿਲ ਕੀਤਾ ਜਾਂਦਾ ਹੈ। ਇੰਨੀ ਰਿਸਪੈਕਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਔਰ ਅਸੀਂ ਆਪਣੇ ਝੰਡੇ ਦਾ ਸਤਿਕਾਰ ਕਿਵੇਂ ਕਰ ਸਕਦੇ ਹਾਂ? ਹੁਣ ਦੇਖੋ, ਤੁਸੀਂ ਕਲਾਸ 'ਚ ਬੈਠੇ ਹੋ, ਕਲਾਸ 'ਚ ਬੈਠੇ ਪੜ੍ਹ ਰਹੇ ਹੋ, ਤੁਹਾਡੀ ਕਲਾਸ 'ਚ ਤੁਹਾਡੇ ਪ੍ਰਿੰਸੀਪਲ ਸਰ ਆਉਂਦੇ ਆ, ਤੁਸੀਂ ਕੀ ਕਰਦੇ ਹੋ? ਤੁਸੀਂ ਆਪਣੀ ਸੀਟ ਤੋਂ ਉੱਠ ਜਾਂਦੇ ਹੋ ਇੱਕ ਰਿਸਪੈਕਟ ਦੇ ਤੌਰ ਤੇ, ਹੈ ਨਾ। ਇਸੇ ਤਰ੍ਹਾਂ ਹੀ ਤੁਹਾਡੀ ਕਲਾਸ 'ਚ ਟੀਚਰ ਨਹੀਂ ਹੈ, ਜਿਵੇਂ ਹੀ ਉਹ ਕਲਾਸ 'ਚ ਐਂਟਰ ਕਰਨਗੇ ਤੁਸੀਂ ਸਾਰੇ ਆਪਣਾ ਸਾਰੇ ਕੰਮ ਛੱਡ ਕੇ ਖੜੇ ਹੋ ਜਾਓਗੇ, ਵਿਸ਼ ਕਰੋਗੇ, ਠੀਕ ਹੈ। ਇਸੇ ਤਰ੍ਹਾਂ ਹੀ ਘਰ ਵਿੱਚ ਵੀ ਕੋਈ ਬਜ਼ੁਰਗ ਆਉਂਦੇ ਆ, ਜਦੋਂ ਆਪਣੇ ਤੁਹਾਡੇ ਕੋਈ ਦਾਦਾ ਦਾਦੀ, ਕੋਈ ਨਾਨਾ ਨਾਨੀ ਆਉਂਦੇ ਆ, ਤੁਸੀਂ ਚੇਅਰ ਤੇ ਬੈਠੇ ਹੋਏ ਹੋ, ਮੰਨ ਲਓ ਉੱਥੇ ਨਾਲ ਚੇਅਰ ਨਹੀਂ ਕੋਈ ਖਾਲੀ ਹੈ, ਤਾਂ ਕੋਈ ਵੀ ਵੱਡਾ ਆ ਜਾਂਦਾ ਹੈ ਤਾਂ ਤੁਸੀਂ ਚੇਅਰ ਛੱਡ ਕੇ ਇੱਕ ਰਿਸਪੈਕਟ ਦਿੰਦੇ ਹੋ। ਇਹ ਸਿਰਫ ਇੱਕ ਤਰੀਕਾ ਹੁੰਦਾ ਹੈ ਆਪਣੀ ਦਿਲ ਦੀ ਭਾਵਨਾ ਪ੍ਰਗਟ ਕਰਨ ਦਾ। ਉਵੇਂ ਹੀ ਜਦੋਂ ਸਾਡਾ ਝੰਡਾ ਜਿਹੜਾ ਹੈ ਲਹਿਰਾਇਆ ਜਾ ਰਿਹਾ ਹੈ ਜਾਂ ਜਦੋਂ ਉਤਾਰਿਆ ਜਾ ਰਿਹਾ ਹੈ ਤਾਂ ਸਲਾਮੀ ਦਿੱਤੀ ਜਾਂਦੀ ਹੈ। ਤਾਂ ਜਦੋਂ ਅਸੀਂ ਮਾਨ ਸਤਿਕਾਰ ਦੀ ਗੱਲ ਕਰਦੇ ਹਾਂ ਤਾਂ ਮਾਨ ਸਤਿਕਾਰ ਸਿਰਫ ਇੱਕ ਸ਼ਬਦ ਨਹੀਂ ਹੁੰਦਾ, ਉਹ ਇੱਕ ਭਾਵਨਾ ਵੀ ਹੁੰਦੀ ਹੈ। ਭਾਵਨਾ ਕੀ ਹੁੰਦੀ ਹੈ ਕਿ ਤੁਸੀਂ ਉਸ ਪਰਸਨ ਜਾਂ ਉਸ ਚੀਜ਼ ਦੇ ਨਾਲ ਅਟੈਚਡ ਫੀਲ ਕਰਦੇ ਹੋ, ਤੁਸੀਂ ਇਮੋਸ਼ਨਲ ਬੌਂਡਿੰਗ ਫੀਲ ਕਰਦੇ ਹੋ ਕਿ ਹਾਂ ਇਟਸ ਪਾਰਟ ਆਫ ਅਸ ਜਾਂ ਵੀ ਆਰ ਪਾਰਟ ਆਫ ਦੈਟ। ਸਿਰਫ ਉਹ ਜਜ਼ਬਾ ਜਿਹੜਾ ਹੈ ਉਹੀ ਲੋੜੀਂਦਾ ਹੈ ਆਪਾਂ ਨੂੰ। ਸਿਰਫ ਕਹਿਣ ਨਾਲ ਕਿ ਝੰਡਾ ਲਹਿਰਾਇਆ ਜਾ ਰਿਹਾ ਹੈ, ਤੁਸੀਂ ਖੜੇ ਹੋਵੋ, ਜਾਂ ਰਾਸ਼ਟਰੀ ਗਾਨ ਚੱਲ ਰਿਹਾ ਹੈ, ਯੂ ਹੈਵ ਟੂ ਸਟੈਂਡ, ਸਿਰਫ ਕਹਿਣ ਨਾਲ ਨਹੀਂ। ਇਹ ਦਿਲੋਂ ਜਿੰਨੀ ਦੇਰ ਆਪਾਂ ਮਹਿਸੂਸ ਨਹੀਂ ਕਰਦੇ ਉਨੀ ਦੇਰ ਤੱਕ ਸਾਡੇ ਬਿਹੇਵੀਅਰ ਦੇ ਵਿੱਚ ਕੋਈ ਵੀ ਜਿਹੜਾ ਉਹ ਨਹੀਂ ਸ਼ੋ ਹੁੰਦਾ। ਤਾਂ ਜੇ ਅਸੀਂ ਗੱਲ ਕਰੀਏ ਨੈਸ਼ਨਲ ਸਿੰਬਲਸ ਦੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਰਾਸ਼ਟਰੀ ਚਿੰਨ੍ਹਾਂ ਦੀ, ਤਾਂ ਇੱਕ ਪਾਸੇ ਆਪਾਂ ਲੋਕ ਕਹਿ ਦਿੰਦੇ ਆ ਆਪਣਾ ਟਾਈਗਰ ਰਾਸ਼ਟਰੀ ਪਸ਼ੂ ਹੈ, ਜਾਂ ਪਿਕੌਕ ਸਾਡਾ ਨੈਸ਼ਨਲ ਬਰਡ ਹੈ, ਜਾਂ ਆਪਾਂ ਕਹਿ ਦਿੰਦੇ ਆ ਲੋਟਸ ਨੈਸ਼ਨਲ ਫਲਾਵਰ ਹੈ, ਇਸੇ ਤਰ੍ਹਾਂ ਹੀ ਬਾਕੀ। ਤਾਂ ਆਪਾਂ ਉਹਨਾਂ ਦੀ ਰੱਖਿਆ ਲਈ ਜਾਂ ਆਪਾਂ ਉਹਨਾਂ ਵਾਸਤੇ ਕਰਦੇ ਕੀ ਹਾਂ? ਆਪਾਂ ਦੇਖਦੇ ਹਾਂ ਕਿ ਸ਼ਿਕਾਰ ਖੇਡਦੇ ਆ ਤੇ ਉਹਨਾਂ ਨੂੰ ਹਾਰਮ ਕਰਦੇ ਆ। ਇਸੇ ਤਰ੍ਹਾਂ ਹੀ ਮੋਰ ਆਪਾਂ ਇੱਕ ਪਾਸੇ ਕਹਿੰਦੇ ਆ ਕਿ ਸਾਡਾ ਰਾਸ਼ਟਰੀ ਪੰਛੀ ਹੈ, ਦੂਜੇ ਪਾਸੇ ਉਹਦੇ ਜਿਹੜੇ ਖੰਭ ਨੇ ਉਹਨਾਂ ਨੂੰ ਆਪਾਂ ਯੂਜ਼ ਕਰਦੇ ਆ ਉਹਦੇ ਵਾਸਤੇ ਡੈਕੋਰੇਸ਼ਨ ਪੀਸਿਸ ਬਣਾਉਣ ਵਾਸਤੇ। ਤਾਂ ਫਿਰ ਰਿਸਪੈਕਟ ਕਿੱਥੇ ਹੈ? ਸਿਰਫ ਕਹਿਣ ਨਾਲ, ਸਿਰਫ ਉਹਨੂੰ ਇੱਕ ਟੋਕਨ ਦੇ ਦੇਣਾ ਕਿ ਦਿਸ ਇਜ਼ ਅਵਰ ਨੈਸ਼ਨਲ ਸਿੰਬਲ, ਤਾਂ ਫਿਰ ਉਹ ਗੱਲ ਨਹੀਂ ਬਣਦੀ। ਤਾਂ ਆਪਾਂ ਲੋਕ ਦੇਖਦੇ ਹਾਂ, ਜਿਵੇਂ ਮੈਂ ਪਹਿਲਾਂ ਕਿਹਾ, ਸਕੂਲਾਂ 'ਚ ਪ੍ਰੇਅਰ ਚੱਲ ਰਹੀ ਹੈ ਤਾਂ ਮਤਲਬ ਆਪਣਾ ਫਰਜ਼ ਬਣਦਾ ਹੈ ਕਿ ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ, ਕੁਝ ਹੈ ਨਾ, ਤੇ ਉਨੀ ਦੇਰ ਵੀ ਜੇ ਅਸੀਂ ਆਪਣੀ ਰਿਸਪੈਕਟ ਨਹੀਂ ਸ਼ੋ ਕਰ ਸਕਦੇ ਤਾਂ ਫਿਰ ਉਹਨੂੰ ਆਪਾਂ ਦਰਜਾ ਦਿੰਦੇ ਹਾਂ ਨੈਸ਼ਨਲ ਸਿੰਬਲ ਦਾ। ਤਾਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿੱਥੋਂ ਪਤਾ ਲੱਗਦਾ ਹੈ ਸਾਡਾ ਬਿਹੇਵੀਅਰ ਹੈ ਛੋਟਾ ਛੋਟਾ, ਜਿੱਥੋਂ ਸ਼ੋ ਹੁੰਦਾ ਹੈ ਕਿ ਹਾਂ ਵੀ ਫੀਲ ਅਟੈਚਡ। ਹੁਣ ਸਿਰਫ ਇੱਕ ਜਜ਼ਬਾ ਹੀ ਹੈ, ਇੱਕ ਭਾਵਨਾ ਹੀ ਹੈ ਜਿਹਦੇ ਕਰਕੇ ਸਾਡੇ ਮਹਾਨ ਦੇਸ਼ ਭਗਤਾਂ ਨੇ ਆਪਣੀ ਜਾਨਾਂ ਤੱਕ ਵੀ ਕੁਰਬਾਨ ਕਰ ਦਿੱਤੀਆਂ, ਫਾਂਸੀ ਦੇ ਫੰਦੇ ਤੱਕ ਵੀ ਝੂਲ ਗਏ। ਜੇਕਰ ਅਸੀਂ ਇਹ ਸੋਚੀਏ ਕਿ ਜਿਹੜੇ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਕੀ ਉਹਨਾਂ ਨੂੰ ਉਸ ਆਜ਼ਾਦੀ ਮਿਲਣ ਦਾ ਕੋਈ ਪਰਸਨਲ ਇੰਟਰਸਟ ਸੀ? ਕੀ ਉਹਨਾਂ ਨੇ ਆਪਣੇ ਸਿਰਫ ਪਰਿਵਾਰ ਵਾਸਤੇ ਜਾਂ ਆਪਣੇ ਵਾਸਤੇ ਹੀ ਕਰ ਰਹੇ ਸੀ ਉਹ?
नहीं, ਉਹਨਾਂ ਨੇ ਆਪਣੀ ਜਾਨ ਸਾਡੇ ਕਰਕੇ ਕੁਰਬਾਨ ਕੀਤੀਆਂ। ਤਾਂ ਜੇਕਰ ਅਸੀਂ ਉਸ ਭਾਵਨਾ ਨੂੰ ਮਹਿਸੂਸ ਹੀ ਨਹੀਂ ਕਰ ਪਾਉਂਦੇ ਤਾਂ ਫਿਰ ਉਹਨਾਂ ਦੀਆਂ ਕੁਰਬਾਨੀਆਂ ਤਾਂ ਵਿਅਰਥ ਹੋ ਗਈਆਂ ਨਾ। ਸੋ ਆਪਣਾ ਫਰਜ਼ ਕੀ ਬਣਦਾ ਹੈ? ਸਾਡੇ ਤੋਂ ਸਾਡਾ ਦੇਸ਼ ਇਹ ਨਹੀਂ ਕਹਿੰਦਾ ਕਿ ਆਪਾਂ ਵੀ ਕੁਰਬਾਨੀ ਕਰੀਏ ਜਾਂ ਅਸੀਂ ਵੀ ਆਪਣੀਆਂ ਜਾਨਾਂ ਦੇਈਏ ਜਾਂ ਆਪਾਂ ਵੀ ਉਹਨਾਂ ਵਾਂਗੂ ਸ਼ਹੀਦਾਂ ਵਾਂਗੂ ਆਪਣਾ ਘਰ-ਬਾਰ ਭੁੱਲ ਕੇ ਸਿਰਫ ਉੱਧਰ ਹੀ ਚਲੇ ਜਾਈਏ। ਨਹੀਂ, ਆਪਾਂ ਸਿਰਫ ਇੱਕ ਰਿਸਪੈਕਟ ਸ਼ੋਅ ਕਰਨੀ ਹੈ, ਮਹਿਸੂਸ ਕਰਨੀ ਹੈ। ਸ਼ੋਅ ਨਹੀਂ ਕਰਨੀ, ਐਕਚੁਅਲੀ ਮਹਿਸੂਸ ਕਰਨੀ ਹੈ। ਕਿਵੇਂ ਮਹਿਸੂਸ ਕਰਨੀ ਹੈ? ਕਿ ਇਹ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਹੈ ਜਾਂ ਜਿਹੜੇ ਰਾਸ਼ਟਰੀ ਚਿੰਨ੍ਹ ਨੇ, ਅਸੀਂ ਉਹਨਾਂ ਦੇ ਪ੍ਰਤੀ ਆਪਣਾ ਆਦਰ ਦਿਖਾਣਾ ਹੈ। ਤੇ ਜੇ ਕੋਈ ਤੁਹਾਡੇ ਸਾਹਮਣੇ ਉਹਨਾਂ ਦੀ ਅਨਾਦਰ ਕਰ ਰਿਹਾ ਤਾਂ ਉਹਨੂੰ ਸਮਝਾਉਣਾ ਹੈ। ਤਾਂ ਸਿਰਫ ਇਹੀ ਇੱਕ ਭਾਵਨਾ ਹੈ ਜਿਹਦੇ ਕਰਕੇ ਸਾਡੇ ਫੌਜੀ ਜਵਾਨ ਬਾਰਡਰਸ ਤੇ ਬੈਠੇ ਦੇਸ਼ ਦੀ ਰਾਖੀ ਕਰ ਰਹੇ ਹੈ। ਉਹਨਾਂ ਨੂੰ ਵੀ ਕੋਈ ਪਰਸਨਲ ਇੰਟਰਸਟ ਨਹੀਂ, ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬਾਰਡਰ ਤੇ ਸਿਕਿਉਰਿਟੀ ਹੈਗੀ ਹੈ ਜਾਂ ਨਹੀਂ ਹੈਗੀ ਹੈ, ਲੇਕਿਨ ਉਹ ਫਿਰ ਵੀ ਬੈਠੇ ਆ ਉੱਥੇ। ਉਹ ਆਪਣੇ ਸਾਰਾ ਕੁਝ, ਆਪਣੀ ਫੈਮਿਲੀ ਲਾਈਫ, ਆਪਣਾ ਸਾਰਾ ਕੁਝ ਭੁੱਲ ਕੇ ਉੱਥੇ ਬੈਠੇ ਆ। ਕਿਉਂ ਬੈਠੇ ਆ? ਉਹਨਾਂ 'ਚ ਇੱਕ ਫੀਲਿੰਗ ਹੈ, ਮੇਰਾ ਦੇਸ਼ ਹੈ ਨਾ। ਤਾਂ ਜੇ ਅਸੀਂ ਉਹਨਾਂ ਦੀ ਉਸ ਫੀਲਿੰਗ ਨੂੰ ਮਹਿਸੂਸ ਕਰੀਏ ਤਾਂ ਫਿਰ ਸੋਚ ਕੇ ਦੇਖੋ ਕਿ ਕੀ ਅਸੀਂ ਉਸ ਲੈਵਲ ਤੱਕ ਸੋਚ ਪਾਉਂਦੇ ਹਾਂ। ਤਾਂ ਫਿਰ ਸਾਨੂੰ ਮਹਿਸੂਸ ਹੋਏਗਾ ਕਿ ਰੀਅਲ ਸੈਂਸ ਦੇ ਵਿੱਚ ਸਤਿਕਾਰ ਹੁੰਦਾ ਕੀ ਹੈ। ਤਾਂ ਤੁਹਾਡੀ ਏਜ ਦੇ ਵਿੱਚ, ਜਿਹੜੀ ਏਜ 'ਚੋਂ ਤੁਸੀਂ ਲੰਘ ਰਹੇ ਹੋ ਬੇਟਾ, ਬੱਚਿਆਂ ਆਮ ਤੌਰ 'ਤੇ ਦੇਖਦੇ ਹਾਂ ਅਸੀਂ ਕਿ ਜਦੋਂ ਵੀ ਕੋਈ ਨੈੱਟ 'ਤੇ ਸਰਚ ਕਰਨਗੇ, ਮੂਵੀਜ਼ ਨੂੰ ਸਰਚ ਕਰਨਗੇ, ਗਾਣਿਆਂ ਨੂੰ, ਗੀਤਾਂ ਨੂੰ ਸਰਚ ਕਰਨਗੇ। ਕਦੀ ਕੋਈ ਬੱਚਾ, ਰੇਅਰ ਹੀ ਆਪਾਂ ਦੇਖਦੇ ਹਾਂ ਵੀ ਜਿਹੜਾ ਆਪਣੇ ਦੇਸ਼ ਦੇ ਕਲਚਰ ਨੂੰ ਨੈੱਟ 'ਤੇ ਸਰਚ ਕਰਕੇ ਸਟੱਡੀ ਕਰਨ ਦੀ ਕੋਸ਼ਿਸ਼ ਕਰੇ। ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੱਚੇ ਦੇ ਵਿੱਚ ਉਹ ਚੀਜ਼ ਨਜ਼ਰ ਆਉਂਦੀ ਹੈ, ਉਹ ਜਜ਼ਬਾ ਨਜ਼ਰ ਆਉਂਦਾ ਹੈ। ਹੁਣ ਮੈਨੂੰ ਇੱਥੇ ਇੱਕ ਜਿਹੜਾ ਸਕੈਚ ਹੈ ਸ਼ੇਅਰ ਕਰਨ ਲੱਗਿਆ, ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਮੇਰੇ ਸਟੂਡੈਂਟ ਨੇ ਬਣਾਈ ਹੈ, ਇਹ +2 ਕਲਾਸ ਦਾ ਸਟੂਡੈਂਟ ਹੈ, ਉਹਨੇ ਸਕੈਚ ਬਣਾਇਆ। ਤਾਂ ਇਹ ਇੱਕ ਇਕੱਲਾ ਸਕੈਚ ਨਹੀਂ ਹੁੰਦਾ, ਇਹ ਮਤਲਬ ਉਹਦੇ ਦਿਲ ਦੀ ਭਾਵਨਾ ਵੀ ਹੈ ਕਿ ਇਹਦਾ ਮਤਲਬ ਉਹਦੀ ਸੋਚ ਜਿਹੜੀ ਹੈ ਉਹ ਇੱਧਰ ਹੈ। ਤੇ ਅੱਛੀ ਗੱਲ ਹੈ, ਤੁਸੀਂ ਜਦੋਂ ਵੀ ਨੈੱਟ 'ਤੇ ਕੁਝ ਸਰਚ ਕਰਦੇ ਹੋ, ਕੁਝ ਵੀ ਕਰਦੇ ਹੋ, ਤੁਸੀਂ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਪੜ੍ਹਿਆ ਕਰੋ। ਆਪਣੇ ਦੇਸ਼ ਦੇ ਨਾਲ ਜੁੜੇ ਨੈਸ਼ਨਲ ਸਿੰਬਲਸ ਹੈ, ਉਹਨਾਂ ਦੀ ਮਹਾਨਤਾ, ਉਹਨਾਂ ਦੀ ਮਹੱਤਤਾ ਬਾਰੇ ਪੜ੍ਹਿਆ ਕਰੋ। ਤੇ ਫਿਰ ਤੁਹਾਨੂੰ ਸਮਝ ਆਏਗੀ ਕਿ ਇਹ ਚੀਜ਼ਾਂ, ਇਹ ਸਾਰਾ ਕੁਝ ਸਾਡੇ ਲਈ ਕਿੰਨਾ ਸਤਿਕਾਰਿਤ ਹੈ। ਸਕੂਲਾਂ ਦੇ ਵਿੱਚ ਆਮ ਤੌਰ 'ਤੇ ਆਪਾਂ ਕੰਪੀਟੀਸ਼ਨਸ ਕਰਵਾਉਂਦੇ ਹਾਂ, ਸਲੋਗਨ ਰਾਈਟਿੰਗ ਦਾ, ਪੇਂਟਿੰਗ ਕੰਪੀਟੀਸ਼ਨ ਜਾਂ ਹੋਰ। ਬੱਚੇ ਬੜਾ ਵਧੀਆ ਬਣਾਉਣਗੇ, ਲੇਕਿਨ ਜਦੋਂ ਹੀ ਜਿਵੇਂ ਹੀ ਕੰਪੀਟੀਸ਼ਨ ਖਤਮ ਤਾਂ ਉਹ ਜਿਹੜੇ ਉਹਨਾਂ ਨੇ ਬਣਾਏ ਹੁੰਦੇ ਆ, ਉਹ ਅਗਰ ਉਹ ਸਕੂਲ 'ਚ ਨਹੀਂ ਜਮ੍ਹਾਂ ਕਰਵਾਉਂਦੇ ਮੰਨ ਲਓ, ਤਾਂ ਉਹਨਾਂ ਨੂੰ ਐਵੇਂ ਹੀ ਇੱਧਰ ਉੱਧਰ ਜੇ ਸਿੱਟ ਦਿੰਦੇ ਆ। ਤਾਂ ਉੱਥੋਂ ਪਤਾ ਲੱਗਦਾ ਕਿ ਉਹਨਾਂ 'ਚੋਂ ਜਜ਼ਬਾ ਨਹੀਂ ਹੈ, ਉਹ ਫੀਲਿੰਗ ਨਾਲ ਨਹੀਂ ਕਰ ਰਹੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਟਾ ਗੁਜ਼ਾਰਿਸ਼ ਕਰੂੰਗੀ ਕਿ ਜਸਟ ਸਟੱਡੀ ਦ ਇੰਪੋਰਟੈਂਸ ਆਫ ਆਲ ਦੀਜ਼ ਨੈਸ਼ਨਲ ਸਿੰਬਲਸ, ਕਿ ਉਹ ਸਾਡੇ ਲਈ ਕਿੰਨੇ ਵੱਡੀ ਚੀਜ਼ ਹੈ, ਕਿੰਨੇ ਸਤਿਕਾਰਿਤ ਚੀਜ਼ਾਂ, ਰਿਸਪੈਕਟੇਬਲ ਨੇ ਉਹ। ਤਾਂ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਆਪਣਾ ਦੇਸ਼ ਜੇ ਮਹਾਨ ਬਣਾਉਣਾ ਹੈ ਆਪਾਂ, ਜਾਂ ਜੇਕਰ ਆਪਾਂ ਆਪਣੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਕਰਨਾ ਹੈ, ਤਾਂ ਸਾਨੂੰ ਉਹਦੇ ਨਾਲ ਦਿਲੋਂ ਜੁੜਨਾ ਪਏਗਾ। ਕਿਉਂਕਿ ਜੇ ਅਸੀਂ ਕਹੀਏ ਕਿ ਡੰਡੇ ਦੇ ਜ਼ੋਰ 'ਤੇ ਕੋਈ ਗੱਲ ਮਨਵਾਉਣਾ, ਨੋ ਡਾਊਟ ਹਰ ਗੱਲ ਦੇ ਲਈ
ਅਨੁਸ਼ਾਸਨ ਬਣਾਉਣ ਦੇ ਲਈ ਸਖਤੀ ਤਾਂ ਫਿਰ ਹੈ ਹੀ ਹੈ ਅਲਟੀਮੇਟ ਹੱਲ। ਲੇਕਿਨ ਜੇ ਆਪਣੇ ਵਿੱਚੋਂ ਭਾਵਨਾ ਹੈਗੀ ਹੈ ਨਾ, ਆਪਾਂ ਖੁਦ ਹੀ ਜ਼ਿੰਮੇਵਾਰੀ ਮਹਿਸੂਸ ਕਰਨ ਲੱਗ ਜਾਂਦੇ ਹਾਂ, ਫਿਰ ਸਾਡੇ ਤੇ ਕਿਸੇ ਸਖਤੀ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਆਓ ਆਪਾਂ ਸਾਰੇ ਇੰਨੇ ਕੁ ਕਾਬਿਲ ਬਣੀਏ ਕਿ ਆਪਾਂ ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ ਪੂਰੀ ਦੁਨੀਆ ਦੇ ਵਿੱਚ ਉੱਚਾ ਲੈ ਕੇ ਜਾਈਏ। ਤਾਂ ਲੋੜ ਹੈ ਕਿ ਆਪਣੇ ਦੇਸ਼ ਦੇ ਨਾਲ ਜੁੜੇ ਹਰ ਪਹਿਲੂ ਦਾ ਸਤਿਕਾਰ ਕਰਨਾ। ਸਾਡੀ ਜਿਹੜੀ ਵੈਲਕਮ ਲਾਈਫ ਸਬਜੈਕਟ ਹੈ, ਇਹਦਾ ਮੰਤਵ ਵੀ ਇਹੀ ਹੈ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਲਈ ਅੱਛਾ ਨਾਗਰਿਕ ਵਜੋਂ ਤਿਆਰ ਕਰਨਾ। ਇਸ ਚੈਪਟਰ 'ਚ ਛੋਟੀਆਂ ਐਕਟੀਵਿਟੀਜ਼ ਵੀ ਸ਼ਾਮਿਲ ਕੀਤੀਆਂ ਗਈਆਂ ਸੀ, ਜੋ ਕਿ ਹੁਣ ਆਨਲਾਈਨ ਮੋਡ ਰਾਹੀਂ ਤਾਂ ਸੰਭਵ ਨਹੀਂ ਹੈ, ਪਰ ਇਹ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜਦੋਂ ਕਲਾਸਿਸ ਨਾਰਮਲ ਲੱਗ ਗਈਆਂ, ਫਿਰ ਤੁਸੀਂ ਕਲਾਸਿਸ ਦੇ ਵਿੱਚ ਜਦੋਂ ਲੈਸਨ ਪੜ੍ਹੋਗੇ, ਐਕਟੀਵਿਟੀਜ਼ ਪਰਫਾਰਮ ਕਰੋਗੇ, ਤਾਂ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ। ਔਰ ਫਿਰ ਤੁਹਾਨੂੰ ਸ਼ਾਇਦ ਇਹ ਚੀਜ਼ ਮਹਿਸੂਸ ਹੋਏਗੀ ਕਿ ਆਪਣਾ ਦੇਸ਼, ਆਪਣੀ ਕੌਮ ਦਾ ਜਿਹੜਾ ਇਤਿਹਾਸ ਹੈ ਉਹ ਕਿੰਨਾ ਵਧੀਆ ਹੈ। ਔਰ ਆਪਾਂ ਸਾਰਿਆਂ ਨੇ ਮਿਲ ਕੇ ਜੋ ਸਾਡੇ ਮਹਾਨ ਸ਼ਖਸੀਅਤਾਂ, ਸਾਡੇ ਦੇਸ਼ ਭਗਤਾਂ ਨੇ ਲੀਹਾਂ ਪਾਈਆਂ, ਜਾਂ ਜੋ ਅਟੈਚਮੈਂਟ ਦੇਸ਼ ਵਾਸਤੇ ਉਹ ਮਹਿਸੂਸ ਕਰਦੇ ਸੀ, ਤਾਂ ਉਮੀਦ ਹੈ ਕਿ ਤੁਸੀਂ ਸਾਰੇ ਵੀ ਉਸੇ ਭਾਵਨਾ ਦੇ ਨਾਲ ਦੇਸ਼ ਦੇ ਨਾਲ ਜੁੜੋਗੇ। ਦੇਸ਼ ਦੀਆਂ ਜਿਹੜੇ ਰਾਸ਼ਟਰੀ ਚਿੰਨ੍ਹ ਨੇ ਉਹਨਾਂ ਨੂੰ ਸੰਜੋ ਕੇ ਰੱਖੋਗੇ। ਹੁਣ ਇੱਥੇ ਲੈਸਨ 'ਚ ਇੱਕ ਤਸਵੀਰ ਦਿਖਾਈ ਹੋਈ ਹੈ ਜਿਹਦੇ 'ਚ ਪੁੱਛਿਆ ਗਿਆ ਕਿ ਇੱਕ ਝੰਡੇ ਨੂੰ ਸਲਾਮੀ ਦੇ ਰਹੇ ਬੱਚੇ, ਕਿ ਇਹ ਬੱਚੇ ਆਪਣਾ ਸਤਿਕਾਰ ਇਸ ਤਰ੍ਹਾਂ ਸ਼ੋਅ ਕਰ ਰਹੇ ਆ, ਤੁਸੀਂ ਕਿਵੇਂ ਕਰੋਗੇ। ਜਾਂ ਇੱਥੇ ਛੋਟੇ ਕੁਐਸਚਨਸ ਦਿੱਤੇ ਹੋਏ ਆ ਇਸ ਲੈਸਨ ਦੇ ਵਿੱਚ, ਉਹਦੇ ਤੁਸੀਂ ਆਨਸਰਸ ਲਿਖਣੇ ਆ ਆਪਣੀ ਕ੍ਰੀਏਟੀਵਿਟੀ ਦੇ ਨਾਲ। ਤਾਂ ਉਹ ਵਾਲੀਆਂ ਐਕਸਰਸਾਈਜ਼ ਜਿਹੜੀਆਂ ਨੇ ਉਹ ਤੁਸੀਂ ਕਲਾਸ ਦੇ ਵਿੱਚ ਪਰਫਾਰਮ ਕਰੋਗੇ ਕਿ ਤੁਸੀਂ ਆਪਣੇ ਰਾਸ਼ਟਰੀ ਪੰਛੀ ਦੇ ਪ੍ਰਤੀ ਕਿਵੇਂ ਸਨਮਾਨ ਸ਼ੋ ਕਰੋਗੇ, ਜਾਂ ਰਾਸ਼ਟਰੀ ਝੰਡੇ ਪ੍ਰਤੀ, ਜਾਂ ਆਪਣੇ ਰਾਸ਼ਟਰੀ ਫੁੱਲ ਪ੍ਰਤੀ, ਹੈ ਨਾ। ਸੋ ਇਹ ਸਾਰਾ ਕੁਛ ਜਿਹੜਾ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਦਿਲੋਂ ਸਤਿਕਾਰ ਕਰ ਰਹੇ ਹਾਂ। ਤਾਂ ਮੈਨੂੰ ਉਮੀਦ ਹੈ ਤੁਸੀਂ ਸਾਰੇ ਬੱਚੇ ਜਿਹੜੇ ਹੈ ਉਹ ਇਹਨਾਂ ਚੀਜ਼ਾਂ ਦੀ ਵੈਲਿਊ ਪਛਾਣੋਗੇ, ਸਾਡੇ ਰਾਸ਼ਟਰੀ ਚਿੰਨ੍ਹਾਂ ਦੀ, ਸਾਡੇ ਸੰਵਿਧਾਨ ਦੀ, ਤੇ ਵੈਲਕਮ ਲਾਈਫ ਦਾ ਜਿਹੜਾ ਮੰਤਵ ਹੈ ਉਹਨੂੰ ਪੂਰਾ ਕਰਨ ਦੇ ਵਿੱਚ ਆਪਾਂ ਸਾਰੇ ਰਲ ਕੇ ਸਫਲ ਹੋਵਾਂਗੇ। ਥੈਂਕ ਯੂ।